सत श्री अकाल। मैं तुहाडे नाल गुरप्रीत सिंह ਚੱਠਾ है। तुसीं देख रहे हो रोजाना लोकनाथ टीवी का प्रोग्राम खबर सवेर ते गल करांगे हुण तक दीआं मुੱਖ खबरां दे उत्ते विचार चर्चा करांगे। सब तो पहला नवजोत सिंह सिद्धू ਅਤੇ मुੱਖ मंत्री चरणजीत सिंह चन्नी ਦੇ ਵਿਚਾਲੇ बीती रात मीटिंग हुई है। उस मीटिंग ਦੇ ਵਿੱਚ ਕਿਹੜੇ ਮੰਤਰੀ ਵਿਧਾਇਕ ਸ਼ਾਮਲ ਹੋਏ ਨੇ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਸੋਨੀਆ ਗਾਂਧੀ ਦੇ ਵੱਲੋਂ ਚरणजीत सिंह चन्नी ਨੂੰ ਫੋਨ ਕਰਕੇ ਕੋਵਿਡ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਉਹ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਦੱਸਾਂਗੇ। ਤੇ ਜੋ ਚरणजीत सिंह चन्नी ਦੇ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਰਾਜਪਾਲ ਤੇ ਦੋਸ਼ ਲਗਾਏ ਗਏ ਸੀ ਕਿ ਕੱਚੇ ਮੁਲਾਜ਼ਮਾਂ ਦੀ ਜਿਹੜੀ ਫਾਈਲ ਹੈ ਉਹ ਰਾਜਪਾਲ ਨੇ ਰੋਕੀ ਹੋਈ ਹੈ, ਉਸ ਦਾ ਜਵਾਬ ਵੀ ਹੁਣ ਰਾਜਪਾਲ ਦੇ ਵੱਲੋਂ ਚरणजीत सिंह चन्नी ਨੂੰ ਦੇ ਦਿੱਤਾ ਗਿਆ ਹੈ। ਤੇ ਉੱਥੇ ਹੀ ਕਾਂਗਰਸ ਦੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਦੇ ਜਿਹੜੇ ਨਵੇਂ ਚੇਅਰਮੈਨ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੂੰ ਮੈਂਬਰ ਨਹੀਂ ਮਿਲਣ ਆ ਰਹੇ, उसका की कारण है, उसते भी विचार चर्चा करांगे। ते नाल ही बलविंदर सिंह लाडी जो कि कांग्रेस के MLA ने पिछले कुछ दिन पहला वो भाजपा शामिल हुए सी, उन्हां दी भी वापसी है जिहड़ी हुण कांग्रेस दे विच हुई है, इस ते भी विचार चर्चा करांगे। ते इस चर्चा दे विच साडे नाल डॉक्टर भीमिंदर सिंह जुड़े ने। सब तो पहले उन्हां दा स्वागत करदे हां। डॉक्टर साहब स्वागत है जी प्रोग्राम दे विच। बहुत बहुत शुक्रिया, मेहरबानी, धन्यवाद गुरप्रीत जी। सब तो पहले डॉक्टर साहब जिहड़ी बीती रात मीटिंग हुई है चरणजीत सिंह चन्नी ते नवजोत सिंह सिद्धू दे विचाले, उत्थे किहड़े-किहड़े मंत्री ते विधायक ने जिहड़े उस मीटिंग दे विच शामिल होए ने ते की गलबात निकल के सामने आई है? जी ਚੱਠਾ ਸਾਹਿਬ, ਇਹਦੇ ਵਿੱਚ ਇਹ ਹੈ ਕਿ ਬਹੁਤ ਇੰਪੋਰਟੈਂਟ ਮੀਟਿੰਗ ਸੀਗੀ ਕਾਂਗਰਸ ਦੀ। ਖਾਸ ਤੌਰ ਤੇ ਆਪਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਕਹਿ ਰਹੇ ਸੀ ਕਿ ਕਾਫੀ ਕਾਟੋ ਕਲੇਸ਼ ਵਧਿਆ ਹੋਇਆ ਕਾਂਗਰਸ ਦਾ, ਆਪਸੀ ਖਾਨਾ ਜੰਗੀ ਵਧੀ ਹੋਈ ਹੈ, ਉਸ ਨੂੰ ਲੈ ਕੇ ਹਾਈ ਕਮਾਂਡ ਜਿਹੜੀ ਹੈਗੀ ਹੈ ਬੜੀ ਗੰਭੀਰ ਸੀਗੀ। ਬਹੁਤ ਸੋਚ ਸਮਝ ਕੇ ਮੀਟਿੰਗ ਰੱਖੀ ਗਈ ਸੀਗੀ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਫੇਰੀ ਹੈ, ਉਹਨਾਂ ਨੇ ਚੋਣ ਪ੍ਰਚਾਰ ਦਾ ਆਗਾਜ਼ ਕਰਨਾ ਹੈ। ਸੋ ਚੋਣ ਪ੍ਰਚਾਰ ਨੂੰ ਲੈ ਕੇ ਬਹੁਤ ਅਹਿਮ ਮੀਟਿੰਗ ਜਿਹੜੀ ਹੈਗੀ ਹੈ ਮੰਨੀ ਗਈ ਹੈ ਔਰ ਇਹਦੇ ਵਿੱਚ ਚੌਧਰੀ ਸਾਹਿਬ ਜਿਹੜੇ ਕਿ ਪ੍ਰਭਾਰੀ ਨੇ ਪੰਜਾਬ ਦੇ, ਉਹ ਸ਼ਾਮਲ ਹੋਏ। ਇਸ ਤੋਂ ਇਲਾਵਾ ਰਵਨੀਤ ਬਿੱਟੂ ਜੀ ਸ਼ਾਮਲ ਹੋਏ, ਨਵਜੋਤ ਸਿੰਘ ਸਿੱਧੂ ਜੀ ਸ਼ਾਮਲ ਹੋਏ, ਚੰਨੀ ਸਾਹਿਬ ਸ਼ਾਮਲ ਹੋਏ। ਯਾਨੀ ਕਹਿਣ ਦਾ ਮਤਲਬ ਹੈ ਕਿ ਜਿਹੜੀ ਕਰੀਮ ਹੈ ਪੰਜਾਬ ਦੀ ਕਾਂਗਰਸ ਦੀ, ਉਹ ਸਾਰੀ ਇਸ ਦੇ ਵਿੱਚ ਸ਼ਾਮਲ ਹੋਈ ਹੈ ਕਿਉਂਕਿ ਸਾਰਿਆਂ ਨੇ ਜ਼ੋਰ ਲਾਉਣਾ ਹੈ ਉਸ ਵੱਡੀ ਰੈਲੀ ਦੇ ਵਿੱਚ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ ਕਾਂਗਰਸ ਦੇ ਪ੍ਰਚਾਰ ਦੀ। ਸੋ ਰਾਹੁਲ ਗਾਂਧੀ ਜੀ ਵਿਸ਼ੇਸ਼ ਤੌਰ ਤੇ ਆਉਣਗੇ ਤੇ ਪ੍ਰਚਾਰ ਦਾ ਆਗਾਜ਼ ਕਰਨਗੇ। ਸੋ ਉਸ ਨੂੰ ਲੈ ਕੇ ਵੱਡੀ ਜਿਹੜੀ ਹੈਗੀ ਹੈ ਮੀਟਿੰਗ ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਅਗਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਮੀਟਿੰਗਾਂ ਹੋਰ ਹੋਣ ਦੀਆਂ ਸੰਭਾਵਨਾਵਾਂ ਨੇ। ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੀਗੀਆਂ ਚੰਨੀ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਟੋ ਕਲੇਸ਼ ਵਧਿਆ ਹੋਇਆ, ਉਸ ਨੂੰ ਜਿਹੜਾ ਹੈਗਾ ਵਿਰਾਮ ਲੱਗਦਾ ਨਜ਼ਰ ਆਇਆ ਔਰ ਸਾਰੀ ਜਿਹੜੀ ਹੈਗੀ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਭ ਕੁਝ ਠੀਕ ਠਾਕ ਹੈ। ਔਰ ਜਿਹੜੀ ਵੱਡੀ ਲੀਡਰਸ਼ਿਪ ਹੈ ਇਸ ਵੇਲੇ ਪੰਜਾਬ ਦੀ ਕਾਂਗਰਸ ਦੀ, ਉਹਨਾਂ ਨੇ ਲਗਾਤਾਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਾਰੇ ਇਕੱਠੇ ਹਾਂ ਔਰ ਇਕੱਠੇ ਮਿਲ ਕੇ ਚੋਣਾਂ ਲੜਾਂਗੇ। ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇੱਕ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਸ਼ੁਰੂਆਤ ਹੋਈ ਹੈ ਪੰਜਾਬ ਦੀ ਕਾਂਗਰਸ ਦੇ ਵਿੱਚ ਔਰ ਚੋਣ ਪ੍ਰਚਾਰ ਨੂੰ ਲੈ ਕੇ ਔਰ ਸਟ੍ਰੈਟਜੀ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਜਾਵੇ, ਕਿਸ ਤਰ੍ਹਾਂ ਦਾ ਚੋਣ ਏਜੰਡਾ ਹੋਵੇਗਾ ਔਰ ਕਿਹੜੇ-ਕਿਹੜੇ ਮੁੱਖ ਮੁੱਦੇ ਜਿਹੜੇ ਨੇ ਇਹਨਾਂ ਚੋਣਾਂ ਦੇ ਵਿੱਚ, ਚੋਣਾਂ ਦੇ ਦੌਰਾਨ ਜਿਹੜੇ ਨੇ ਉਹ ਉਠਾਏ ਜਾਣੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੱਡੀ ਕਸ਼ਮਕਸ਼ ਆਪਾਂ ਕਹਿ ਸਕਦੇ ਹਾਂ ਕਿ ਹੋਈ ਹੈ ਔਰ ਆਪਸ ਦੇ ਵਿੱਚ ਜਿਹੜੀ ਹੈਗੀ ਗੱਲਬਾਤ ਹੋਈ ਹੈ। ਪਰ ਇਹਦਾ ਨਤੀਜਾ ਜਿਹੜਾ ਨਿਕਲਿਆ ਉਹ ਬਹੁਤ ਹੀ ਇੱਕ ਖੁਸ਼ਗਵਾਰ ਮਾਹੌਲ ਦੇ ਵਿੱਚ ਜਿਹੜਾ ਹੈਗਾ ਔਰ ਇੱਕ ਚੰਗਾ ਨਤੀਜਾ ਨਿਕਲ ਇਹਦਾ ਹੈਗਾ। ਔਰ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਸਹੀ ਹੁੰਦੀਆਂ ਨੇ, ਸਾਰੇ ਜਿਹੜੇ ਵੱਡੇ ਲੀਡਰ ਨੇ ਇਕੱਠੇ ਦਿਖਾਈ ਦਿੰਦੇ ਨੇ, ਇੱਕ ਆਵਾਜ਼ ਦੇ ਵਿੱਚ ਗੱਲ ਕਰਦੇ ਨਜ਼ਰ ਆਉਣਗੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ 22 ਦੇ ਵਿੱਚ ਕਾਫੀ ਜਿਹੜਾ ਹੈਗਾ ਫਰਕ ਪਏਗਾ। ਪਰ ਜੇਕਰ ਪੁਰਾਣੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲਾ ਦੌਰ ਲੰਘਿਆ ਹੈ, ਉਹਦੇ ਵਿੱਚ ਕਾਟੋ ਕਲੇਸ਼ ਲਗਾਤਾਰ ਵੱਧਦਾ ਦਿਖਾਈ ਦਿੰਦਾ ਸੀਗਾ, ਉਹ ਜੇਕਰ ਠੱਲ ਨਹੀਂ ਪੈਂਦੀ ਉਸ ਸਾਰੀ ਚੀਜ਼ ਨੂੰ ਤਾਂ ਇਹਦੇ ਨਾਲ ਨੁਕਸਾਨ ਹੋ ਸਕਦਾ ਹੈ। ਸੋ ਇੱਕ ਕਿਸਮ ਦੀ ਜਿਹੜੀ ਹੈਗੀ ਆ, ਜੇ ਆਪਾਂ ਕਹੀਏ ਕਿ ਚੌਧਰੀ ਸਾਹਿਬ ਜਿਹੜੇ ਨੇ, ਹਰੀਸ਼ ਚੌਧਰੀ ਜੀ ਜਿਹੜੇ ਕਿ ਪ੍ਰਭਾਰੀ ਨੇ ਪੰਜਾਬ ਦੇ ਕਾਂਗਰਸ ਦੇ, ਤਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਡੈਮੇਜ ਜਿਹੜਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਉਸ ਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕਿਸਮ ਦੇ ਨਾਲ ਏਕਤਾ ਜਿਹੜੀ ਹੈਗੀ ਹੈ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਪ੍ਰੈਸ ਨੂੰ ਹੋਵੇ ਚਾਹੇ ਆਮ ਲੋਕਾਂ ਦੇ ਵਿੱਚ ਜਿਹੜੀ ਗੱਲ ਹੈ
ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਭ ਕੁਝ ਠੀਕ ਠਾਕ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ। ਚੱਠਾ ਸਾਹਿਬ ਜੀ, ਤੇ ਜੇ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਇੱਕ ਪਾਸੇ ਪੰਜਾਬ ਕਾਂਗਰਸ ਦੀ ਗੱਲ ਕਰ ਲਈਏ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ, ਚਲੋ ਉਹਨਾਂ ਦੇ ਵਿਚਾਲੇ ਜਿਹੜੀ ਦੂਰੀ ਆਪਾਂ ਖਤਮ ਤਾਂ ਨਹੀਂ ਕਹਿ ਸਕਦੇ, ਕੁਝ ਘਟਦੀ ਹੋਈ ਨਜ਼ਰ ਆਈ ਹੈ। ਬਿਲਕੁਲ ਬਿਲਕੁਲ, ਇਸ ਮੀਟਿੰਗ ਤੋਂ ਬਾਅਦ ਜਦੋਂ ਦੋਵੇਂ ਜਿਹੜੇ ਵੱਡੇ ਲੀਡਰ ਨੇ, ਚਾਹੇ ਉਹ ਚੰਨੀ ਸਾਹਿਬ ਨੇ ਚਾਹੇ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਨੇ ਇੱਕ ਸੁਰ ਦੇ ਵਿੱਚ ਸੁਰ ਮਿਲਾਈ ਹੈ। ਸੋ ਹਾਂ ਦੇ ਵਿੱਚ ਇੱਕ ਦੂਜੇ ਦੀ ਜਦੋਂ ਹਾਂ ਤੁਸੀਂ ਮਿਲਾਉਂਦੇ ਹੋ ਤਾਂ ਲਾਜ਼ਮੀ ਤੌਰ ਤੇ ਜਿਹੜੀ ਤੁਹਾਡੀ ਪੁਰਾਣੀ ਕੋਈ ਗਿਲੇ ਸ਼ਿਕਵੇ ਨੇ ਉਹ ਜ਼ਰੂਰ ਉਹਨਾਂ ਦੇ ਉੱਤੇ ਮਿੱਟੀ ਪੈਂਦੀ ਤੁਹਾਨੂੰ ਨਜ਼ਰ ਆਏਗੀ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੀ ਗੱਲਬਾਤ ਇਸ ਮੀਟਿੰਗ ਤੋਂ ਬਾਅਦ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਕਿ ਦੋਵਾਂ ਦੇ ਜਿਹੜੇ ਪੁਰਾਣੇ ਥੋੜੇ ਬਹੁਤ ਗਿਲੇ ਸ਼ਿਕਵੇ ਨੇ ਔਰ ਤੁਸੀਂ ਵੱਖ-ਵੱਖ ਸਟੇਜਾਂ ਦੇ ਉੱਤੇ ਤੁਹਾਨੂੰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਜਿਹੜੇ ਵੱਡੇ ਮੁੱਦੇ ਉਠਾਏ ਜਾਂਦੇ ਸੀਗੇ, ਵੱਡੇ ਸਵਾਲ ਆਪਣੀ ਸਰਕਾਰ ਦੇ ਉੱਤੇ ਜਾਂ ਚੰਨੀ ਸਾਹਿਬ ਦੇ ਉੱਤੇ ਉਠਾਏ ਜਾਂਦੇ ਸੀਗੇ, ਉਸ ਨੂੰ ਲੈ ਕੇ ਇੱਕ ਜਿਹੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ ਕਾਂਗਰਸ ਦੇ ਵਿੱਚ, ਉਹ ਚਿੰਤਾ ਹੁਣ ਘਟਦੀ ਨਜ਼ਰ ਆਏਗੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੋਵੇਂ ਵੱਡੇ ਲੀਡਰ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਕ ਸੁਰ ਮਿਲਾਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਇਹਨੂੰ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਕਾਂਗਰਸ ਨੂੰ ਇੱਕ ਰਾਹਤ ਮਿਲਦੀ ਦਿਖਾਈ ਦਿੰਦੀ ਹੈ। ਗੁਰਪ੍ਰੀਤ ਜੀ ਤੇ ਡਾਕਟਰ ਸਾਹਿਬ, ਜੇ ਆਪਾਂ ਅਗਲੀ ਖਬਰ ਦੀ ਗੱਲ ਕਰੀਏ, ਜਿਸ ਤਰ੍ਹਾਂ ਓਮਿਕਰੋਨ ਦਾ ਜਿਹੜਾ ਖਤਰਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਤੇ ਉਸ ਨੂੰ ਲੈ ਕੇ ਜਿਹੜੀ ਸੋਨੀਆ ਗਾਂਧੀ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਚੰਨੀ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ, ਉਹਦੇ ਵਿੱਚ ਕੀ ਸਾਹਮਣੇ ਆਇਆ, ਕੀ ਗੱਲਬਾਤ ਹੋਈ ਹੈ? ਗੁਰਪ੍ਰੀਤ ਜੀ ਦੇਖੋ, ਇਹ ਜਿਹੜਾ ਬਿਮਾਰੀ ਹੈ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ 19 ਦੇ ਵਿੱਚ ਜਦੋਂ ਇਹ ਕੋਵਿਡ ਸ਼ੁਰੂ ਹੋਇਆ ਉਸ ਤੋਂ ਬਾਅਦ ਵੀ ਲਗਾਤਾਰ ਵੱਖ-ਵੱਖ ਸਰਕਾਰਾਂ ਨੇ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ, ਬਹੁਤ ਆਪਣੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਨਾ ਕਿਵੇਂ ਚਾਹੇ ਉਹ ਕਰਫਿਊ ਲਗਾ ਕੇ ਜਾਂ ਹੋਰ ਜਿਹੜੇ ਨੇ ਕੋਵਿਡ ਦੇ ਦੌਰਾਨ ਜਿਹੜੀਆਂ, ਚਾਹੇ ਉਹ ਵੈਕਸੀਨ ਦੀ ਗੱਲ ਹੋਵੇ, ਇਸ ਤਰ੍ਹਾਂ ਦੀ ਮਤਲਬ ਗੱਲਾਂ ਜਿਹੜੀਆਂ ਨੇ ਕੀਤੀਆਂ ਗਈਆਂ ਸੀਗੀਆਂ। ਹੁਣ ਵੀ ਜਿਹੜਾ ਹੈਗਾ ਚਾਹੇ ਚੰਡੀਗੜ੍ਹ ਤੁਸੀਂ ਦੇਖ ਲਓ ਕਿ ਲਗਾਤਾਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ 2 ਟੀਕੇ ਹਜੇ ਤੱਕ ਨਹੀਂ ਲਵਾਏ ਤਾਂ ਉਹਨਾਂ ਨੂੰ ਐਂਟਰੀ ਚੰਡੀਗੜ੍ਹ ਦੇ ਵਿੱਚ ਨਹੀਂ ਮਿਲੇਗੀ। ਇਸੇ ਤਰ੍ਹਾਂ ਪੰਜਾਬ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਪੰਜਾਬ ਬਾਰੇ ਉਹਨਾਂ ਨੇ ਜਾਣਕਾਰੀ ਲਈ ਹੈ ਕਿ ਤੁਹਾਡੀ ਕਿੰਨੀ ਕੁ ਤਿਆਰੀ ਹੈ। ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਦੇਖਿਆ ਹੈ ਕਿ ਨਾ ਤਿਆਰੀ ਹੋਣ ਕਰਕੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ ਹੋਇਆ ਸੀ, ਚਾਹੇ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ ਚਾਹੇ ਹਰਿਆਣਾ ਹੋਵੇ, ਵੱਖ-ਵੱਖ ਸਟੇਟਾਂ ਦੇ ਵਿੱਚ, ਕਿਉਂਕਿ ਉਸ ਕਿਸਮ ਦੀ ਤਿਆਰੀ ਸਾਡੀ ਨਹੀਂ ਸੀਗੀ। ਸੋ ਉਹਦੇ ਕਰਕੇ ਬਹੁਤ ਭਾਰੀ ਨੁਕਸਾਨ, ਕਿਸੇ ਨੂੰ ਆਕਸੀਜਨ ਸਿਲੰਡਰ ਨਹੀਂ ਸੀ ਮਿਲੇ, ਕਿਸੇ ਨੂੰ ਬੈੱਡ ਨਹੀਂ ਸੀ ਮਿਲੇ, ਕਿਸੇ ਨੂੰ ਹਸਪੀਟਲ ਦੇ ਵਿੱਚ ਦਾਖਲਾ ਹੀ ਨਹੀਂ ਸੀ ਮਿਲਿਆ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਤਰ੍ਹਾਂ ਦੁਨੀਆ ਕਰਦੀ ਸੀਗੀ ਔਰ ਬਹੁਤ ਵੱਡਾ ਨੁਕਸਾਨ, ਜਾਨੀ ਮਾਲੀ ਜਿਹੜਾ ਨੁਕਸਾਨ ਹੋਇਆ ਸੀਗਾ ਆਪਾਂ ਸਾਰੇ ਜਾਣਦੇ ਹਾਂ। ਔਰ ਇਸੇ ਕਰਕੇ ਸੋਨੀਆ ਗਾਂਧੀ ਜੀ ਨੇ ਬਕਾਇਦਾ ਤੌਰ ਤੇ ਚੰਨੀ ਸਾਹਿਬ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਔਰ ਸਾਰੀ ਚੀਜ਼ ਦਾ ਜਾਇਜ਼ਾ ਲਿਆ ਕਿ ਤੁਹਾਡੀ ਤਿਆਰੀ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਚੱਲ ਰਹੀ ਹੈ। ਔਰ ਚੰਨੀ ਸਾਹਿਬ ਨੇ ਇਹੀ ਹਾਮੀ ਭਰੀ ਹੈ ਕਿ ਸਾਡੀ ਤਿਆਰੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਹੈ। ਅਸੀਂ ਜਿਹੜਾ ਹੈਗਾ ਚਾਹੇ ਉਹ ਮੈਡੀਕਲ ਤੌਰ ਤੇ, ਚਾਹੇ ਦਵਾਈਆਂ ਦੇ ਤੌਰ ਤੇ, ਚਾਹੇ ਆਕਸੀਜਨ ਸਿਲੰਡਰਾਂ ਦੇ ਤੌਰ ਤੇ ਸਾਡੀ ਪੂਰੀ ਤਿਆਰੀ ਹੈ, ਸਾਨੂੰ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਸੋ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਕਿ ਚੰਨੀ ਸਾਹਿਬ ਨੇ ਕਾਫੀ ਜਿਹੜਾ ਹੈਗਾ ਹਾਂ ਪੱਖੀ ਹੁੰਗਾਰਾ ਭਰਿਆ ਹੈ ਇਸ ਬਿਮਾਰੀ ਨੂੰ ਲੈ ਕੇ, ਇਸ ਮਹਾਮਾਰੀ ਨੂੰ ਲੈ ਕੇ। ਔਰ ਜਦੋਂ ਅਸੀਂ ਹੋਰ ਵੀ ਜਿਹੜੇ ਬਾਕੀ ਮੰਤਰੀ ਸਾਹਿਬਾਨ ਦੇ ਜਿਹੜੇ ਬਿਆਨ ਆ ਰਹੇ ਨੇ ਉਹ ਵੀ ਇਹੀ ਆ ਰਹੇ ਨੇ ਕਿ ਸਾਨੂੰ ਹਜੇ ਤੱਕ ਡਰਨ ਦੀ ਕੋਈ ਲੋੜ ਨਹੀਂ ਹੈ, ਜਾਂ ਜੇਕਰ ਕੋਈ ਅਗਲੇ ਦਿਨਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਹੋ ਸਕਦਾ ਹੈ ਕਿ ਰਾਤ ਦਾ ਕਰਫਿਊ ਵੀ ਲਗਾ ਦਿੱਤਾ ਜਾਏ ਜੇਕਰ ਇਹ ਮਰੀਜ਼ਾਂ ਦੀ ਗਿਣਤੀ ਵੱਧਦੀ ਹੈ। ਸੋ ਇਸ ਕਿਸਮ ਦੀਆਂ ਆਪਾਂ ਕਹਿ ਸਕਦੇ ਹਾਂ ਕਿ ਸੰਭਾਵਨਾਵਾਂ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ। ਜੇਕਰ ਇਹ ਬਿਮਾਰੀ ਪੰਜਾਬ ਦੇ ਵਿੱਚ ਜ਼ਿਆਦਾ ਮਰੀਜ਼ ਆਉਂਦੇ ਨੇ ਬਿਮਾਰੀ ਦੇ ਕਰਕੇ ਤਾਂ ਲਾਜ਼ਮੀ ਤੌਰ ਤੇ ਹੋ ਸਕਦਾ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਤ ਦਾ ਕਰਫਿਊ ਲਗਾ ਦੇਵੇ ਤਾਂ ਕਿ ਇਸ ਬਿਮਾਰੀ ਤੋਂ ਜਿਹੜਾ ਹੈਗਾ ਬਚਿਆ ਜਾ ਸਕੇ, ਇਹਦੀਆਂ ਜਿਹੜੀਆਂ ਨੇ ਇਹਨੂੰ ਘੱਟ ਕੀਤਾ ਜਾ ਸਕੇ। ਇਸ ਦਾ ਖਤਰਾ ਜਿਹੜਾ ਹੈਗਾ ਇਸ ਵੇਲੇ ਸਾਡੇ ਸਿਰ ਤੇ ਮੰਡਰਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਜਿਵੇਂ ਕਿਹਾ ਜਾ ਰਿਹਾ ਹੈ। ਔਰ ਉਸ ਤੋਂ ਬਾਅਦ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਜਦੋਂ ਚੋਣਾਂ ਨੇ ਜਾਂ ਰੈਲੀਆਂ ਨੇ ਤਾਂ ਲਾਜ਼ਮੀ ਤੌਰ ਤੇ ਪੋਲੀਟੀਕਲ ਪਾਰਟੀਆਂ ਨੂੰ ਵੀ ਇਸ ਵੇਲੇ ਚਾਹੀਦਾ ਹੈ ਕਿ ਆਪਣੀਆਂ ਜਿਹੜੀਆਂ ਵੱਡੇ ਇਕੱਠ ਨੇ ਉਹ ਨਾ ਕੀਤੇ ਜਾਣ, ਉਹਨਾਂ ਤੋਂ ਬਚਿਆ ਜਾਏ ਵੱਡੇ ਇਕੱਠਾਂ ਤੋਂ। ਸੋ ਇਸ ਕਰਕੇ ਜਿਹੜਾ ਹੈਗਾ ਧਿਆਨ ਜ਼ਰੂਰ ਰੱਖਣ ਦੀ ਲੋੜ ਹੈ ਸਾਰੇ ਜਣਿਆਂ ਨੂੰ ਤਾਂ ਕਿ ਕੋਈ ਜਾਨੀ ਮਾਲੀ ਦਾ ਜਿਹੜਾ ਨੁਕਸਾਨ ਹੋਣਾ ਹੈ, ਸਾਡੀਆਂ ਖਾਸ ਤੌਰ ਤੇ ਕੀਮਤੀ ਜਾਨਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਬਚਾਉਣ ਦੀ ਲੋੜ ਹੈ। ਆਪਣਾ ਚੱਠਾ ਸਾਹਿਬ ਜੀ ਬਿਲਕੁਲ।
ਤੇ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ, ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦੋਸ਼ ਲਗਾਏ ਗਏ ਸੀਗੇ ਰਾਜਪਾਲ ਤੇ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਫਾਈਲ ਹੈ ਉਹਨਾਂ ਨੇ ਰੋਕ ਰੱਖੀ ਹੈ, ਪਰ ਰਾਜਪਾਲ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ 31 ਦਸੰਬਰ ਨੂੰ ਉਹਨਾਂ ਨੇ ਭੇਜਤੀ ਸੀ ਕੁਝ ਖਾਮੀਆਂ ਦੇ ਨਾਲ। ਕੀ ਲੱਗਦਾ ਹੈ ਕਿ ਚੰਨੀ ਸਰਕਾਰ ਹੈ ਜਿਹੜੀ ਉਹ ਕਸੂਤੀ ਫਸਦੀ ਨਜ਼ਰ ਆ ਰਹੀ ਹੈ ਇਸੇ ਮੁੱਦੇ ਤੇ? ਜੀ ਦੇਖੋ, 36,000 ਜਿਹੜੇ ਇਹਨਾਂ ਨੇ ਕਿਹਾ ਸੀਗਾ ਕਿ ਬੇਰੁਜ਼ਗਾਰ ਜਿਹੜੇ ਸਾਡੇ ਕਰਮਚਾਰੀ ਨੇ ਉਹਨਾਂ ਨੂੰ ਅਸੀਂ ਪੱਕਾ ਕਰਾਂਗੇ, ਔਰ ਕੱਲਾ ਕਿਹਾ ਨਹੀਂ, ਉਹਨਾਂ ਨੇ ਜਗ੍ਹਾ ਜਗ੍ਹਾ ਬੋਰਡ ਵੀ ਲਗਾਏ। ਆਪਾਂ ਸਾਰੇ ਜਾਣਦੇ ਹਾਂ ਕਿ ਚਾਹੇ ਉਹ ਸੜਕਾਂ ਦੇ ਉੱਤੇ ਚਾਹੇ ਬੱਸਾਂ ਦੇ ਉੱਤੇ ਇਹੀ ਦੱਸਿਆ ਗਿਆ ਕਿ ਅਸੀਂ 36,000 ਕਰਮਚਾਰੀ ਪੱਕੇ ਕਰਤੇ। ਸੋ ਪੱਕੇ ਤਾਂ ਉਦੋਂ ਹੋਣਗੇ ਜਦੋਂ ਫਾਈਲ ਜਿਹੜੀ ਹੈਗੀ ਹੈ ਬਕਾਇਦਾ ਤੌਰ ਤੇ ਉਹਦੇ ਸਾਈਨ ਹੋਣਗੇ ਔਰ ਬਕਾਇਦਾ ਤੌਰ ਤੇ ਉਹ ਪਾਸ ਕੀਤੀ ਜਾਏਗੀ। ਜਦੋਂ ਹਜੇ ਫਾਈਲ ਹੀ ਅੜੀ ਹੋਈ ਹੈ ਤਾਂ ਲਾਜ਼ਮੀ ਤੌਰ ਤੇ ਚੰਨੀ ਸਾਹਿਬ ਨੂੰ ਇਹ ਚਾਹੀਦਾ ਹੈ ਕਿ ਉਹ ਜਿਹੜੇ ਵੱਡੇ ਵੱਡੇ ਐਲਾਨ ਕਰ ਰਹੇ ਨੇ, ਉਹ ਜਿੰਨੀ ਦੇਰ ਉਹ ਐਲਾਨ ਪੂਰੇ ਪ੍ਰੈਕਟੀਕਲੀ ਲਾਗੂ ਨਹੀਂ ਹੁੰਦੇ, ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੁੰਦੇ, ਉਨੀ ਦੇਰ ਉਹ ਜਿਹੜੀਆਂ ਮਸ਼ਹੂਰੀਆਂ ਦਿੰਦੇ ਨੇ ਆਪਣੀਆਂ, ਤਾਂ ਉਹਨਾਂ ਤੋਂ ਬਚਿਆ ਜਾਣਾ ਚਾਹੀਦਾ ਸੀਗਾ। ਸੋ ਹੁਣ ਰਾਜਪਾਲ ਨੇ, ਜਿਹੜੇ ਪੰਜਾਬ ਦੇ ਰਾਜਪਾਲ ਨੇ, ਔਰ ਚੰਨੀ ਸਾਹਿਬ ਨੇ ਇਹੀ ਦੋਸ਼ ਲਾਇਆ ਸੀਗਾ ਕਿ ਕਿਉਂਕਿ ਇਹ ਵਿਰੋਧੀ ਪਾਰਟੀ ਦੇ ਨੇ, ਬੀਜੇਪੀ ਪਾਰਟੀ ਦੇ ਨੇ, ਇਸ ਕਰਕੇ ਉਹ ਜਾਣ ਬੁੱਝ ਕੇ ਜਿਹੜੀ ਫਾਈਲ ਸਾਡੀ ਪਾਸ ਨਹੀਂ ਕਰ ਰਹੇ, ਉਹਨਾਂ ਦੇ ਉੱਤੇ ਸਾਈਨ ਨਹੀਂ ਕਰ ਰਹੇ। ਤਾਂ ਹੁਣ ਰਾਜਪਾਲ ਦਾ ਜਿਹੜਾ ਬਿਆਨ ਆਇਆ ਹੈ, ਉਹਨਾਂ ਨੇ ਇਹੀ ਕਿਹਾ ਹੈ ਕਿ ਅਸੀਂ ਜਿਹੜੇ ਸਾਡੇ ਬੁਨਿਆਦੀ ਸਵਾਲ ਨੇ, ਖਾਸ ਤੌਰ ਤੇ ਚਾਹੇ ਉਹ ਰਿਜ਼ਰਵੇਸ਼ਨ ਨੂੰ ਲੈ ਕੇ ਹੋਵੇ, ਚਾਹੇ ਕੋਈ ਹੋਰ ਜਿਹੜੀਆਂ ਅਸਾਮੀਆਂ ਭਰਨੀਆਂ ਨੇ ਉਹ ਕਿਸ ਤਰ੍ਹਾਂ ਦੀਆਂ ਅਸਾਮੀਆਂ ਨੇ, ਯਾਨੀ ਕਿ 6 ਪੁਆਇੰਟਾਂ ਦੇ ਉੱਤੇ ਉਹਨਾਂ ਨੇ ਵੱਡੇ ਸਵਾਲ ਜਿਹੜੇ ਚੁੱਕੇ ਨੇ। ਸੋ ਜਿੰਨੀ ਦੇਰ ਉਹ ਸਵਾਲਾਂ ਦੇ ਹੱਲ ਜਿਹੜੇ ਨੇ ਨਹੀਂ ਕੀਤੇ ਜਾਂਦੇ ਸਰਕਾਰ ਦੇ ਰਾਹੀਂ, ਚੰਨੀ ਸਾਹਿਬ ਦੇ ਰਾਹੀਂ, ਉਨੀ ਦੇਰ ਉਹ ਫਾਈਲ ਜਿਹੜੀ ਹੈਗੀ ਆ ਉੱਥੇ ਫਸੀ ਰਹੇਗੀ। ਸੋ ਕਹਿਣ ਦਾ ਮਤਲਬ ਹੈ ਕਿ ਵੱਡੇ ਸਵਾਲ ਰਾਜਪਾਲ ਨੇ ਉਸ ਫਾਈਲ ਦੇ ਉੱਤੇ ਚੁੱਕੇ ਨੇ ਔਰ ਚੰਨੀ ਸਾਹਿਬ ਦੀ ਸਰਕਾਰ ਦੇ ਉੱਤੇ ਚੁੱਕੇ ਨੇ ਕਿ ਤੁਸੀਂ ਇਦਾਂ ਹੀ ਬਿਨਾਂ ਤਫਤੀਸ਼ ਕੀਤਿਆਂ ਤੁਸੀਂ ਜਿਹੜੀਆਂ ਫਾਈਲਾਂ ਸਾਡੇ ਕੋਲ ਭੇਜ ਰਹੇ ਹੋ, ਉਹਨਾਂ ਨੂੰ ਪਹਿਲਾਂ ਤੁਸੀਂ ਤਹਿਕੀਕਾਤ ਕਰੋ ਔਰ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਜੋ ਰਿਜ਼ਰਵੇਸ਼ਨ ਦੀ ਉਹਨਾਂ ਨੂੰ ਬਣਦੀ ਹੈ, ਜਿੰਨਾ ਦੇਣਾ ਚਾਹੀਦਾ ਹੈ, ਤਾਂ ਉਹਦੇ ਹਿਸਾਬ ਨਾਲ ਸਾਨੂੰ ਫਾਈਲਾਂ ਭੇਜੋ, ਤਾਂ ਅਸੀਂ ਸਾਈਨ ਕਰਾਂਗੇ, ਨਹੀਂ ਅਸੀਂ ਸਾਈਨ ਨਹੀਂ ਕਰ ਸਕਦੇ। ਸੋ ਇਸ ਕਿਸਮ ਦੀ ਕਸ਼ਮਕਸ਼ ਇਸ ਫਾਈਲ ਦੇ ਰਾਹੀਂ ਚੱਲ ਰਹੀ ਹੈ। ਸੋ ਹੁਣ ਵੇਖਣਾ ਹੋਏਗਾ ਕਿ ਸਰਕਾਰ ਉਹਦਾ ਜਵਾਬ ਕਿਵੇਂ ਦਿੰਦੀ ਹੈ। 6 ਨੁਕਤੇ ਜਿਹੜੇ ਉਠਾਏ ਨੇ ਰਾਜਪਾਲ ਨੇ, ਉਹਨਾਂ ਦਾ ਜਵਾਬ ਕਿਵੇਂ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਹੀ ਫਾਈਲ ਜਿਹੜੀ ਹੈਗੀ ਹੈ ਕਲੀਅਰ ਹੋ ਸਕਦੀ ਹੈ। ਔਰ ਜੇਕਰ ਚੋਣ ਜ਼ਾਬਤਾ ਲੱਗਦਾ ਹੈ ਤਾਂ ਇਹ ਫਾਈਲ ਉਸੇ ਤਰ੍ਹਾਂ ਹੀ ਰੁਕ ਜੂਗੀ ਔਰ ਐਲਾਨ ਜਿਹੜੇ ਨੇ ਸਿਰਫ ਐਲਾਨ ਬਣ ਕੇ ਰਹਿ ਜਾਣੇ ਨੇ। ਔਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਕਰਮਚਾਰੀ, ਚਾਹੇ ਉਹ ਚੰਨੀ ਸਾਹਿਬ, ਚਾਹੇ ਮਰਿੰਡਾ ਹੋਵੇ, ਚਾਹੇ ਜਲੰਧਰ ਹੋਵੇ, ਲਗਾਤਾਰ ਵਿਚਾਰੇ ਸੜਕਾਂ ਤੇ ਰੁਲ ਰਹੇ ਨੇ, ਡੰਡੇ ਖਾ ਰਹੇ ਨੇ। ਆਪਾਂ ਨੇ ਮਾਨਸਾ 'ਚ ਦੇਖਿਆ, ਆਪਾਂ ਨੇ ਜਲੰਧਰ 'ਚ ਦੇਖਿਆ, ਆਪਾਂ ਸੰਗਰੂਰ 'ਚ ਵੇਖ ਰਹੇ ਹਾਂ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਾਹਿਬ ਜਾਂਦੇ ਨੇ, ਇਹੀ ਕਰਮਚਾਰੀ ਨੇ ਜਿਹੜੇ ਵਿਚਾਰੇ ਅਜੇ, ਚਾਹੇ ਉਹ ਠੇਕੇ ਤੇ ਨੇ, ਚਾਹੇ ਉਹ ਹਜੇ ਕੱਚੇ ਮੁਲਾਜ਼ਮ ਨੇ, ਉਹ ਸਾਰੇ ਦੇ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਡੰਡੇ ਖਾਣ ਲਈ ਮਜਬੂਰ ਨੇ, ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਸੋ ਇਸ ਕਰਕੇ ਚੰਨੀ ਸਾਹਿਬ ਨੂੰ ਇਹੀ ਚਾਹੀਦਾ ਹੈ ਕਿ ਇਸ ਫਾਈਲ ਨੂੰ ਸੀਰੀਅਸ ਲਿਆ ਜਾਵੇ। 36,000 ਦਾ ਅੰਕੜਾ ਕੋਈ ਥੋੜਾ ਨਹੀਂ ਹੁੰਦਾ। ਸੋ ਇਸ ਕਰਕੇ 36,000 ਮੁਲਾਜ਼ਮਾਂ ਦੀ ਜ਼ਿੰਦਗੀ ਦਾ ਸਵਾਲ ਹੈ, ਉਹਨਾਂ ਦੇ ਰੁਜ਼ਗਾਰ ਦਾ ਸਵਾਲ ਹੈ। ਸੋ ਉਸ ਸਾਰੇ ਚੀਜ਼ਾਂ ਨੂੰ ਸੀਰੀਅਸ ਲਿਆ ਜਾਏ ਔਰ ਰਾਜਪਾਲ ਜੀ ਨੇ ਜਿਹੜੇ ਵੀ ਸਵਾਲ ਉਠਾਏ ਨੇ ਉਹਨਾਂ ਦਾ ਮਸਲਾ ਜਿਹੜਾ ਹੈਗਾ ਹੱਲ ਕੀਤਾ ਜਾਏ, ਉਹਨਾਂ ਦਾ ਜਵਾਬ ਦਿੱਤਾ ਜਾਏ, ਤਾਂ ਕਿ ਇਹਨਾਂ ਕਰਮਚਾਰੀਆਂ ਨੂੰ ਆਪਣਾ ਰੁਜ਼ਗਾਰ ਮਿਲ ਸਕੇ, ਆਪਣੀ ਨੌਕਰੀ ਮਿਲ ਸਕੇ, ਇਹਨਾਂ ਦੇ ਪਰਿਵਾਰ ਜਿਹੜੇ ਨੇ ਉਸ ਤੇ ਪਲ ਸਕਣ। ਸੋ ਇਸ ਗੱਲ ਨੂੰ ਸੀਰੀਅਸ ਲੈਣ ਦੀ ਲੋੜ ਹੈ ਚੱਠਾ ਸਾਹਿਬ। ਇਸ ਤੋਂ ਤਾਂ ਇਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਕਿਤੇ ਨਾ ਕਿਤੇ ਇਹਨਾਂ ਮੁਲਾਜ਼ਮਾਂ ਤੋਂ ਆਪਣਾ ਖਹਿੜਾ ਛੁਟਾਉਂਦੇ ਨਜ਼ਰ ਆ ਰਹੇ ਨੇ। ਬਿਲਕੁਲ, ਤੁਸੀਂ ਦੇਖੋਗੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਔਰ ਕਰਮਚਾਰੀ ਜਦੋਂ ਗੱਲਬਾਤ ਕਰਦੇ ਨੇ ਤਾਂ ਉਹ ਇਹੀ ਕਹਿੰਦੇ ਨਜ਼ਰ ਆਏ ਸੀ ਕਿ ਅਸੀਂ ਤਾਂ ਦੇਖੋ ਜੀ ਫਾਈਲ ਭੇਜ ਦਿੱਤੀ ਹੈ। ਹੁਣ ਜੇ ਫਾਈਲ ਹੀ ਭੇਜਤੀ ਹੈ ਤਾਂ ਜਿਹੜੇ ਉਹਨਾਂ ਦੇ ਉੱਤੇ ਉਸ ਫਾਈਲ ਦੇ ਉੱਤੇ ਸਵਾਲ ਚੁੱਕੇ ਗਏ ਨੇ ਰਾਜਪਾਲ ਦੇ, ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਬਣਦੇ ਨੇ। ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਚੰਨੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਖਾਸ ਤੌਰ ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਉਹ ਮਸ਼ਹੂਰੀਆਂ ਦੇ ਰਹੇ ਨੇ ਅਖਬਾਰਾਂ ਦੇ ਵਿੱਚ, ਕਰੋੜਾਂ ਰੁਪਏ ਦਾ ਜਿਹੜਾ ਹੈਗਾ, ਆਪਾਂ ਨੂੰ ਵੀ ਪਤਾ ਹੈ ਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਹੋਇਆ ਔਰ ਦੂਜੇ ਪਾਸੇ ਕਰੋੜਾਂ ਦੀ ਜਿਹੜੀ ਮਸ਼ਹੂਰੀਆਂ ਨੇ ਹਰ ਅਖਬਾਰ ਦੇ ਵਿੱਚ, ਟੀਵੀ ਦੇ ਉੱਤੇ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਕਿ ਅਸੀਂ ਤਾਂ ਇੰਨੇ ਐਲਾਨ ਕਰਤੇ।
ਔਰ ਕੱਲੇ ਐਲਾਨਾਂ ਦੀ ਗੱਲ ਨਹੀਂ ਹੈ, ਤੁਸੀਂ ਮਸਲੇ ਹੱਲ ਵੀ ਕਰੋ। ਔਰ ਕਰਮਚਾਰੀਆਂ ਦਾ ਤਾਂ ਵਿਸ਼ੇਸ਼ ਤੌਰ ਤੇ ਜਿਹੜੀ ਗੱਲ ਬਣਦੀ ਹੈ ਤਾਂ ਹੀ ਬਣੇਗੀ ਜੇਕਰ ਤੁਸੀਂ ਰਾਜਪਾਲ ਜੀ ਦੇ ਜਿਹੜੇ ਸਵਾਲ ਉਠਾਏ ਨੇ ਉਹ ਸਵਾਲਾਂ ਦੇ ਜਵਾਬ ਜਿਹੜੇ ਨੇ ਉਹਨਾਂ ਨੂੰ ਠੀਕ ਕਰਕੇ ਦੁਬਾਰਾ ਭੇਜਿਆ ਜਾਵੇ ਤਾਂ ਕਿ ਇਸ ਤਰ੍ਹਾਂ ਚੋਣ ਦੇ ਤੰਜ ਨੇ ਜਿਹੜੇ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਾਂਸਦ ਜਿਹੜੇ ਭਗਵੰਤ ਮਾਨ ਨੇ ਉਹ ਵੀ ਤੰਜ ਕੱਸਦੇ ਨਜ਼ਰ ਆਏ ਸੀ ਚੰਨੀ ਦੀ ਇਸ ਗੱਲ ਨੂੰ ਲੈ ਕੇ ਕਿ ਇਹ ਪੋਸਟਰ ਨਹੀਂ ਲਗਾਉਣੇ ਚਾਹੀਦੇ, ਬਲਕਿ ਪੋਸਟਰ ਤੇ ਲਿਖਣਾ ਚਾਹੀਦਾ ਹੈ ਕਿ ਫਾਈਲ ਰਾਜਪਾਲ ਕੋਲ ਭੇਜੀ ਹੋਈ ਹੈ। ਜੀ ਜੀ, ਜੇ ਤਾਂ ਦੇਖੋ ਸੱਚ ਬੋਲਣਾ ਚਾਹੀਦਾ ਲੋਕਾਂ ਦੇ ਸਾਹਮਣੇ, ਲੋਕਾਂ ਦੀ ਕਚਹਿਰੀ ਦੇ ਵਿੱਚ। ਜੇ ਤੁਸੀਂ ਝੂਠ ਬੋਲਦੇ ਹੋ, ਜੇ ਤੁਸੀਂ ਮਸ਼ਹੂਰੀਆਂ ਦੇ ਜਿਹੜਾ ਹੈਗਾ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਹੋ ਔਰ ਗਲਤ ਤਰੀਕੇ ਨਾਲ ਆਪਣੀਆਂ ਮਸ਼ਹੂਰੀਆਂ ਦੇ ਰਹੇ ਹੋ, ਤਾਂ ਲਾਜ਼ਮੀ ਤੌਰ ਤੇ ਵਿਰੋਧੀ ਧਿਰਾਂ, ਜਿਵੇਂ ਤੁਸੀਂ ਦੱਸਿਆ ਹੈ ਕਿ ਚਾਹੇ ਭਗਵੰਤ ਮਾਨ ਹੋਵੇ ਚਾਹੇ ਕੋਈ ਹੋਰ ਵਿਰੋਧੀ ਧਿਰਾਂ ਹੋਣ, ਉਹਨਾਂ ਨੇ ਸਵਾਲ ਤਾਂ ਚੁੱਕਣੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇਸ ਸਾਰੀ ਚੀਜ਼ ਨੂੰ ਸੀਰੀਅਸ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਆਪਣੀ, ਜੇਕਰ ਤੁਸੀਂ ਦੁਬਾਰਾ 22 ਦੇ ਵਿੱਚ ਚੋਣਾਂ ਲੜਨ ਲਈ ਜਾਣਾ ਹੈ, ਤੁਸੀਂ ਚਾਹੁੰਦੇ ਹੋ ਕਿ 22 ਦੇ ਵਿੱਚ ਸਾਡੀ ਸਰਕਾਰ ਆਵੇ, ਜੇਕਰ ਚੰਨੀ ਸਾਹਿਬ ਚਾਹੁੰਦੇ ਨੇ ਕਿ ਮੈਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਜਾਵੇ, ਤਾਂ ਉਹਨਾਂ ਨੂੰ ਇੱਕ ਇਮਾਨਦਾਰੀ ਵਾਲਾ ਫੇਸ ਜਿਹੜਾ ਹੈਗਾ ਜ਼ਰੂਰ ਲਿਆਉਣਾ ਚਾਹੀਦਾ ਹੈ। ਇਹ ਨਹੀਂ ਕਿ ਸਿਰਫ ਮਸ਼ਹੂਰੀਆਂ ਦੇ ਰਾਹੀਂ ਤੁਸੀਂ ਇਹ ਕਹੋਗੇ ਕਿ ਮੈਂ ਤਾਂ ਸਾਰੇ ਮਸਲੇ ਹੱਲ ਕਰਤੇ। ਸਿਰਫ ਐਲਾਨਾਂ ਨਾਲ ਕੁਝ ਨਹੀਂ ਹੁੰਦਾ। ਐਲਾਨ ਤਾਂ ਆਪਾਂ ਨੇ ਵੀ ਸੁਣਿਆ ਹੈ ਕਿ ਕੈਪਟਨ ਸਾਹਿਬ ਨੇ ਕਿੱਡੇ ਐਲਾਨ ਕੀਤੇ ਸੀਗੇ। ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜਿਆ ਸੀਗਾ ਔਰ ਸਹੁੰ ਖਾਧੀਆਂ ਸੀਗੀਆਂ ਔਰ 129 ਪੰਨਿਆਂ ਦਾ ਮੈਨੀਫੈਸਟੋ ਰਿਲੀਜ਼ ਕੀਤਾ ਸੀਗਾ। ਘਰ ਘਰ ਨੌਕਰੀ ਦੇ ਵਾਅਦੇ ਕੀਤੇ ਸੀਗੇ। ਕਰਜ਼ਾ ਮਾਫੀ ਦੇ, ਕਿਸਾਨਾਂ ਦੇ ਜਿਹੜੀ ਹੈਗੀ ਆ ਸਾਰੀ ਹਰ ਤਰ੍ਹਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਇਕੱਲੇ ਐਲਾਨਾਂ ਨਾਲ ਜਾਂ ਵਾਅਦਿਆਂ ਨਾਲ ਘਰ ਪੂਰਾ ਨਹੀਂ ਹੋਣਾ। ਤੁਹਾਨੂੰ ਪ੍ਰੈਕਟੀਕਲੀ ਜ਼ਮੀਨੀ ਪੱਧਰ ਦੇ ਉੱਤੇ ਵੀ ਜਿਹੜੇ ਨੇ ਉਹ ਮਸਲੇ ਹੱਲ ਕਰਨੇ ਪੈਣਗੇ, ਤਾਂ ਹੀ ਤੁਸੀਂ 22 ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਸਹੀ ਇੱਕ ਚੰਗੇ ਚਿਹਰਾ ਲੈ ਕੇ, ਚੰਗੀ ਇਮਾਨਦਾਰੀ ਛਵੀ ਲੈ ਕੇ ਤੁਸੀਂ ਜਾ ਸਕਦੇ ਹੋ। ਤੁਹਾਡੇ ਦੇ ਉੱਤੇ ਲੋਕ ਭਰੋਸਾ ਕਰ ਸਕਦੇ ਆ। ਜੇਕਰ ਇਸੇ ਤਰ੍ਹਾਂ ਦੀ ਐਲਾਨਬਾਜ਼ੀ ਹੁੰਦੀ ਰਹੀ ਤਾਂ ਲਾਜ਼ਮੀ ਤੌਰ ਤੇ ਜਿਹੜਾ ਹੈਗਾ ਇਹਦਾ ਨੁਕਸਾਨ 22 ਦੇ ਵਿੱਚ ਚੰਨੀ ਸਾਹਿਬ ਨੂੰ ਹੋ ਸਕਦਾ ਹੈ। ਆਪਣਾ ਜੀ ਬਿਲਕੁਲ। ਤੇ ਇੱਕ ਅਹਿਮ ਖਬਰ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਾਂਗਰਸ ਦੀ ਇਲੈਕਸ਼ਨ ਮੈਨੀਫੈਸਟੋ ਕਮੇਟੀ ਹੈ ਜਿਹੜੀ ਉਸਦੇ ਚੇਅਰਮੈਨ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੂੰ ਲਗਾਇਆ ਗਿਆ ਸੀ 6 ਦਸੰਬਰ ਨੂੰ, ਹੁਣ ਕਰੀਬ ਮਹੀਨਾ ਹੋਣ ਵਾਲਾ ਇੱਕ ਪੂਰਾ, ਤੇ ਇਲੈਕਸ਼ਨ ਜਿਹੜੇ ਨੇ ਉਹ ਵੀ ਸਿਰ ਤੇ ਨੇ। ਰਾਸ਼ਟਰੀ ਲੈਵਲ ਦੀ ਪਾਰਟੀ ਹੈ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਮੈਂਬਰ ਹੀ ਨਹੀਂ ਹਜੇ ਮਿਲਣ ਆਏ ਵੀ ਮੈਂਬਰ ਕਿਹੜੇ ਨੇ ਇਹਦੇ, ਜਾਂ ਉਹਨਾਂ ਨਾਲ ਕੋਈ ਮੀਟਿੰਗ ਕੁਛ ਵੀ ਇਦਾਂ ਦੀ ਨਹੀਂ ਹੋਈ ਹੈਗੀ। ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਾਂਗਰਸ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ ਜਾਂ ਫਿਰ ਕੁਝ ਹੋਰ? ਜੀ, ਜਿਵੇਂ ਆਪਾਂ ਪਹਿਲਾਂ ਹੀ ਕਿਹਾ ਕਿ ਇਸ ਵੇਲੇ ਕਾਫੀ ਕਾਟੋ ਕਲੇਸ਼ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਉਹਦਾ ਨਤੀਜਾ ਹੈ ਕਿ ਜਿਵੇਂ ਆਪਾਂ ਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਸੀਗਾ, ਪਰ ਹਜੇ ਤੱਕ ਜਿਹੜਾ ਹੈਗਾ ਉਹ ਮੈਨੀਫੈਸਟੋ ਦੀ ਕੋਈ ਮੀਟਿੰਗ ਦੀ ਜਿਹੜੀ ਇੱਕ ਸੰਭਾਵਨਾਵਾਂ ਨਹੀਂ ਨਜ਼ਰ ਆ ਰਹੀ, ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਮੈਂਬਰ ਨਹੀਂ ਮਿਲਦੇ। ਯਾਨੀ ਕਿ ਜੇਕਰ ਉਹ ਮੀਟਿੰਗ ਕਰਨਗੇ ਤਾਂ ਕਿਹਦੇ ਨਾਲ ਕਰਨਗੇ? ਜੇਕਰ ਮੈਂਬਰ ਹੀ ਨਹੀਂ ਸ਼ਾਮਲ ਹੋਣਗੇ ਮੀਟਿੰਗਾਂ ਦੇ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਇਕੱਲੇ ਜੇ ਚੇਅਰਮੈਨ ਤੁਸੀਂ ਲਗਾ ਦੋਗੇ ਤਾਂ ਉਹ ਕਿਵੇਂ ਮੈਨੀਫੈਸਟੋ ਤਿਆਰ ਹੋਏਗਾ? ਕਿਉਂਕਿ ਇਸ ਵੇਲੇ ਸਮਾਂ ਬਹੁਤ ਘੱਟ ਰਹਿ ਗਿਆ ਹੈ। ਲਗਭਗ ਆਪਾਂ ਕਹਿ ਸਕਦੇ ਹਾਂ ਕਿ ਮਹੀਨੇ ਦੇ ਨੇੜੇ ਸਮਾਂ ਹੈ। ਉਸ ਦੌਰਾਨ ਤੁਸੀਂ ਮੈਨੀਫੈਸਟੋ ਲੋਕਾਂ ਦੇ ਵਿੱਚ ਜਾ ਕੇ ਬਣਾਉਣਾ ਚਾਹੀਦਾ ਸੀਗਾ। ਤੁਹਾਨੂੰ ਲੋਕਾਂ ਦੀਆਂ ਰਾਏ ਲੈਣੀਆਂ ਚਾਹੀਦੀਆਂ ਸੀਗੀਆਂ। ਲੋਕ ਕੀ ਡਿਮਾਂਡ ਕਰਦੇ ਨੇ ਉਹ ਤੁਹਾਨੂੰ ਜਿਹੜਾ ਹੈਗਾ ਪੁੱਛਣਾ ਚਾਹੀਦਾ ਸੀ ਲੋਕਾਂ ਨੂੰ। ਪਰ ਇੱਥੇ ਕੀ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ ਕਿ ਕਲਮ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਜਾਂ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਤੁਸੀਂ ਮੈਨੀਫੈਸਟੋ ਪਹਿਲਾਂ ਵੀ ਬਣਦੇ ਰਹੇ ਨੇ, ਹੁਣ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਕਰਕੇ ਜੇਕਰ ਇਦਾਂ ਦਾ ਮੈਨੀਫੈਸਟੋ ਬਣਦਾ ਹੈ ਤਾਂ ਉਹਦੇ ਨਾਲ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਔਰ ਪ੍ਰਤਾਪ ਸਿੰਘ ਬਾਜਵਾ ਇੱਥੇ ਇਕੱਲੇ ਪੈਂਦੇ ਨਜ਼ਰ ਆ ਰਹੇ ਨੇ। ਬਿਲਕੁਲ। ਤੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਤਾਂ ਉਹ ਕਹਿੰਦੇ ਨਜ਼ਰ ਆਏ ਸੀਗੇ ਕਿ ਲਾੜਾ ਹੋਣਾ ਚਾਹੀਦਾ, ਭਾਵੇਂ ਉਹਨਾਂ ਨੇ ਇਹ ਵੱਲ ਦਿੱਤਾ ਸੀਗਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ, ਤੇ ਦੂਜੇ ਪਾਸੇ ਇਸ ਦਾ ਜਵਾਬ ਹੈ ਜਿਹੜਾ ਇੱਕ ਨਿੱਜੀ ਚੈਨਲ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤਾ ਸੀਗਾ ਕਿ ਸਾਡੇ ਕੋਲ ਮੁੱਖ ਮੰਤਰੀ ਵੀ ਹੈ, ਸਾਡੇ ਕੋਲ ਪੰਜਾਬ ਕਾਂਗਰਸ ਕਮੇਟੀ ਦਾ ਜਿਹੜਾ ਪ੍ਰਧਾਨ ਵੀ ਹੈਗਾ ਤੇ ਇਸ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵੀ ਹੈ, ਸਾਰਾ ਕੁਛ ਹੀ ਹੈ ਮਤਲਬ ਸਾਡੇ ਕੋਲ ਵੀ ਲਾੜਾ ਵੀ ਹੈਗਾ ਤੇ ਸਰਵਾਲੇ ਵੀ ਨੇ। ਤੇ ਕਿਤੇ ਨਾ ਕਿਤੇ ਹੁਣ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹਨਾਂ ਦਾ ਕਹਿਣਾ ਫਿਰ ਸਹੀ ਸੀਗਾ ਉਸ ਵੇਲੇ? ਬਿਲਕੁਲ। ਦੇਖੋ, ਗੱਲ ਇਹ ਨਹੀਂ ਹੈ ਕਿ ਤੁਹਾਡੇ ਕੋਲੇ ਲੀਡਰ ਹੈਗੇ ਨੇ, ਲੀਡਰ ਹੈ ਹਰ ਪਾਰਟੀ ਕੋਲੇ ਲੀਡਰ ਹੁੰਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਵਾਰੀ ਵੀ ਜਦੋਂ ਉਹ ਨਵਜੋਤ ਸਿੰਘ ਸਿੱਧੂ ਕਹਿੰਦੇ ਸੀਗੇ
ਕਿ ਆਮ ਆਦਮੀ ਪਾਰਟੀ ਨੂੰ ਆਪਣਾ ਲਾੜਾ ਜਿਹੜਾ ਹੈਗਾ ਘੋਸ਼ਿਤ ਕਰਨਾ ਚਾਹੀਦਾ ਹੈ, ਯਾਨੀ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ। ਇਹਦਾ ਮਤਲਬ ਇਹੀ ਸੀਗਾ ਕਿ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇਣੀ। ਸੋ ਨਵਜੋਤ ਸਿੰਘ ਸਿੱਧੂ ਜੀ ਦਾ ਮਤਲਬ ਇਹੀ ਹੈ ਕਿ ਬੇਸ਼ੱਕ ਲੀਡਰਸ਼ਿਪ ਬਹੁਤ ਹੈ, ਪਰ ਤੁਸੀਂ ਇੱਕ ਜਦੋਂ ਤੁਸੀਂ ਇੱਕ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਦੇ ਤਾਂ ਉਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਬਿਲਕੁਲ ਕਹਿਣਾ ਸਹੀ ਸੀਗਾ ਕਿ ਇਹ ਨਹੀਂ ਕਿ ਸਾਰੇ ਲੀਡਰਾਂ ਨੂੰ ਤੁਸੀਂ ਸਾਰੇ ਲਾੜੇ ਬਣ ਜਾਣਗੇ, ਜਿਵੇਂ ਰੰਧਾਵਾ ਸਾਹਿਬ ਕਹਿ ਰਹੇ ਨੇ। ਇਹਦਾ ਮਤਲਬ ਹੈ ਕਿ ਸਾਰੇ ਜੇਕਰ ਸਾਰੇ ਹੀ ਲਾੜੇ ਬਣ ਜਾਣ ਤਾਂ ਲਾਜ਼ਮੀ ਤੌਰ ਤੇ ਉੱਥੇ ਗੜਬੜ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਕਰਕੇ ਸਾਰੇ ਲਾੜਿਆਂ ਦੀ ਥਾਂ ਦੇ ਉੱਤੇ ਕਿਸੇ ਇੱਕ ਨੂੰ ਲਾੜਾ ਤੁਹਾਨੂੰ ਬਣਾਉਣਾ ਪਏਗਾ ਕਾਂਗਰਸ ਨੂੰ, ਔਰ ਇੱਕ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਪਏਗਾ। ਜੇਕਰ ਉਹ ਸੱਚੀ ਮੁੱਚੀ ਆਪਣਾ ਵਧੀਆ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਅੱਗੇ ਆਉਣਾ ਪਏਗਾ, ਇੱਕ ਬੰਦੇ ਨੂੰ ਅੱਗੇ ਲਾਉਣਾ ਪਏਗਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਜੀ ਬਿਲਕੁਲ ਸਹੀ ਗੱਲ ਕਹਿੰਦੇ ਨਜ਼ਰ ਆਏ ਨੇ ਚੱਠਾ ਸਾਹਿਬ ਜੀ। ਤੇ ਜਿਸ ਤਰ੍ਹਾਂ ਬਲਵਿੰਦਰ ਸਿੰਘ ਲਾਡੀ ਨੇ ਜਿਹੜੇ ਕਿ ਕਾਂਗਰਸ ਦੇ ਐਮਐਲਏ ਨੇ, ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜਿਹੜੇ ਭਾਜਪਾ ਚਲੇ ਗਏ ਸੀ ਉਹ ਵਾਪਸ ਆਏ ਨੇ। ਕੀ ਲੱਗਦਾ ਕਿ ਭਾਜਪਾ ਉਹਨਾਂ ਨੂੰ ਪਸੰਦ ਨਹੀਂ ਆਈ? ਜੀ ਚੱਠਾ ਸਾਹਿਬ ਦੇਖੋ ਕਿ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਇਹ ਸਿਰਫ ਆਪਣਾ ਫਾਇਦਾ ਦੇਖਦੇ ਨੇ। ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਬੀਜੇਪੀ ਜਾ ਕੇ, ਕਿਉਂਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਇਸ ਕਰਕੇ ਸਾਨੂੰ ਕੋਈ ਨਾ ਕੋਈ ਗੱਫਾ ਜ਼ਰੂਰ ਮਿਲੇਗਾ, ਕੋਈ ਨਾ ਕੋਈ ਫਾਇਦਾ ਅਸੀਂ ਜ਼ਰੂਰ ਲੈ ਲਾਂਗੇ। ਪਰ ਜਦੋਂ ਉਹਨਾਂ ਨੂੰ ਲੱਗਿਆ ਹੋਏਗਾ ਕਿ ਹੁਣ ਫਾਇਦਾ ਤਾਂ ਸਾਨੂੰ ਕੁਝ ਮਿਲ ਨਹੀਂ ਰਿਹਾ, ਸਗੋਂ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ, ਔਰ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਨੇ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ ਪੰਜਾਬ ਦੇ ਵਿੱਚ, ਤਾਂ ਇਹ ਸਾਰੀ ਚੀਜ਼ ਨੂੰ ਜਦੋਂ ਉਹਨਾਂ ਨੇ ਨਫਾ ਨੁਕਸਾਨ ਦੇਖਿਆ ਹੋਏਗਾ, ਔਰ 2 ਦੂਣੀ 4 ਆਪਾਂ ਨੂੰ ਪਤਾ ਕਰਦੇ ਨੇ ਇਹ ਸਾਰੇ ਜਿਹੜੇ ਲੀਡਰ ਹੁੰਦੇ ਨੇ। ਸੋ ਇਸ ਤੋਂ ਹੀ ਲੱਗਦਾ ਹੈ ਕਿ ਜਦੋਂ ਇਹਨਾਂ ਨੂੰ ਲੱਗਿਆ ਕਿ ਹੁਣ ਸਾਡੀ ਬੀਜੇਪੀ ਦੇ ਵਿੱਚ ਦਾਲ ਨਹੀਂ ਗਲਣੀ ਤਾਂ ਫਿਰ ਦੁਬਾਰਾ ਇਹਨਾਂ ਨੇ ਘਰ ਵਾਪਸੀ ਕੀਤੀ ਹੈ। ਸੋ ਪਰ ਜਿਹੜੇ ਆਮ ਲੋਕ ਜਿਹਨੇ ਪੰਜਾਬ ਦੇ ਨੇ ਉਹੀ ਪੁੱਛਣਾ ਚਾਹੁੰਦੇ ਨੇ ਪੰਜਾਬ ਦੇ ਲੋਕ ਕਿ ਭਾਈ ਤੁਸੀਂ ਤੁਹਾਡਾ ਸਟੈਂਡ ਕੀ ਹੈ, ਤੁਸੀਂ ਕਿਹਦੇ ਵੱਲੋਂ, ਤੁਸੀਂ ਇਹ ਕਦੋਂ ਤੁਸੀਂ ਰਾਤੋਂ ਰਾਤ ਕਿਹੜੀ ਪਾਰਟੀ ਦੇ ਵਿੱਚ ਚਲੇ ਜਾਓਗੇ, ਕਿਸੇ ਨੂੰ ਕੁਝ ਨਹੀਂ ਪਤਾ। ਸੋ ਇਸ ਕਰਕੇ ਇਹਨਾਂ ਲੀਡਰਾਂ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿਹੜਾ ਹੈਗਾ ਘਟਦਾ ਜਾ ਰਿਹਾ ਹੈ। ਜਿਵੇਂ ਜਿਵੇਂ ਇਹ ਲੋਕ ਆਪਣੀ ਮਰਜ਼ੀ ਦੇ ਮੁਤਾਬਕ, ਆਪਣੇ ਫਾਇਦੇ ਦੇ ਮੁਤਾਬਕ ਪਾਰਟੀਆਂ ਬਦਲ ਰਹੇ ਨੇ, ਉਸੇ ਤਰ੍ਹਾਂ ਦਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੀ ਜਿਹੜੇ ਨੇ ਇਹਨਾਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸਵਾਲ ਪੁੱਛਣਗੇ। ਹੁਣ ਕਿਸਾਨੀ ਮੋਰਚੇ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਚੇਤਨ ਹੋਏ ਨੇ, ਜਿਵੇਂ ਉਹ ਬੀਜੇਪੀ ਨੂੰ ਮੂੰਹ ਨਹੀਂ ਲਾ ਰਹੇ, ਇਸੇ ਤਰ੍ਹਾਂ ਉਹ ਇਸ ਤਰ੍ਹਾਂ ਦੇ ਲੀਡਰਾਂ ਨੂੰ ਵੀ ਮੂੰਹ ਨਹੀਂ ਲਾ ਰਹੇ ਜਿਹੜੇ ਕਿ ਰਾਤੋਂ ਰਾਤ ਆਪਣਾ ਦਲ ਬਦਲਦੇ ਨੇ, ਪਾਰਟੀਆਂ ਬਦਲਦੇ ਨੇ, ਔਰ ਗਿਰਗਟ ਵੀ ਹਜੇ ਟਾਈਮ ਲੈਂਦੀ ਹੈ ਬਦਲਣ ਦੇ ਵਿੱਚ। ਪਰ ਇਹ ਲੋਕ ਜਿਹੜੇ ਨੇ ਗਿਰਗਟ ਤੋਂ ਵੀ ਤੇਜ਼ ਹੋ ਕੇ ਆਪਣਾ ਜਿਹੜਾ ਹੈਗਾ ਭੇਸ ਬਦਲ ਕੇ, ਆਪਣੇ ਵਿਚਾਰਧਾਰਾ ਬਦਲ ਕੇ, ਆਪਣਾ ਸਭ ਕੁਝ ਬਦਲ ਕੇ ਜਿਹੜਾ ਹੈਗਾ ਇੱਕ ਪਾਰਟੀ ਤੋਂ ਦੂਜੀ ਚੋਂ ਤੀਜੀ ਦੇ ਵਿੱਚ ਕੋਈ ਮਤਲਬ ਕਿਸੇ ਨੂੰ ਕੋਈ ਭਰੋਸਾ ਹੀ ਨਹੀਂ ਰਿਹਾ ਇਸ ਵੇਲੇ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਦੇ ਵਿੱਚ ਚਲਾ ਜਾਏਗਾ। ਇਸ ਕਰਕੇ ਇੱਕ ਜਿਹੜਾ ਹੈਗਾ ਖਲਾਅ ਦਾ ਮਾਹੌਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਣਿਆ ਹੋਇਆ, ਔਰ ਜਿੰਨੀ ਦੇਰ 5 ਤਰੀਕ ਨੂੰ ਕਿਉਂਕਿ ਮੋਦੀ ਸਾਹਿਬ ਨੇ ਆਉਣਾ, ਹੋ ਸਕਦਾ ਕਿ ਉੱਥੇ ਹੋਰ ਨਵੀਂ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣ ਬੀਜੇਪੀ ਦੇ ਵਿੱਚ। ਸੋ ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜਦੋਂ ਰਾਹੁਲ ਗਾਂਧੀ ਜੀ ਆਉਣਗੇ ਕਾਂਗਰਸ ਦੇ ਵਿੱਚ ਤਾਂ ਕਾਂਗਰਸ ਦੇ ਵਿੱਚ ਵੀ ਨਵੇਂ ਚਿਹਰੇ ਤੁਹਾਨੂੰ ਨਜ਼ਰ ਆਉਣਗੇ। ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਪਾਰਟੀਆਂ ਦੇ ਵਿੱਚ ਕਿਸੇ ਦੇ ਉੱਤੇ ਕਿਸੇ ਨੂੰ ਭਰੋਸਾ ਨਹੀਂ ਹੈ, ਔਰ ਲੋਕ ਜਿਹੜੇ ਨੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਹੋ ਚੁੱਕੇ ਨੇ ਚੱਠਾ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਇਸ ਖਬਰ ਸਵੇਰ ਪ੍ਰੋਗਰਾਮ ਦੀ ਵਿਚਾਰ ਚਰਚਾ ਦੇ ਵਿੱਚ ਹਿੱਸਾ ਪਾਇਆ, ਆਪਣੇ ਵਿਚਾਰ ਰੱਖੇ ਤੇ ਤਮਾਮ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ तमाम खबरां दे उत्ते जिहड़ा रोशनी पाई है ते अपने दर्शकों तक जिहड़ी इस खबरां दा पूरा मतलब है की मतलब है खबर दा तां तमाम जानकारी अपने दर्शकों तक पहुंचाई है। इन्हां दा धन्नवाद। तां किसी होर प्रोग्राम दे विच तुहाडे फिर रूबरू होवांगे। हुण दिओ मैनूं इजाजत। धन्नवाद।